ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬਨ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸਨ। ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧਨ। ਆਪਨ ਲੀਆ ਜੀ ਮਿਲੈ, ਵਿਛੁੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਵਡਭਾਗੀ ਹੋ, ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੇ ਪਵਿੱਤਰ ਬਚਨ ਹਨ, ਵਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਪਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਸਤ ਸੰਗਤ ਦਾ ਲਾਭ ਕੀ ਹੈ? ਮਹਾਂਪੁਰਖ ਦੱਸਦੇ ਸਨ, ਮਨੁੱਖ ਦੀ ਜ਼ਿੰਦਗੀ ਵੇਲ ਦੀ ਤਰ੍ਹਾਂ ਹੈ। ਵੇਲਾਂ ਕਈ ਪ੍ਰਕਾਰ ਦੀਆਂ ਹੁੰਦੀਆਂ। ਅੰਗੂਰਾਂ ਦੀ ਵੀ ਵੇਲ ਹੁੰਦੀ ਹੈ, ਖਰਬੂਜਿਆਂ ਦੀ ਵੀ ਵੇਲ ਹੁੰਦੀ ਹੈ, ਕੌੜ ਤੁੰਮਿਆਂ ਦੀ ਵੀ ਵੇਲ ਹੁੰਦੀ ਹੈ। ਹੋਰ ਕਈ ਕਿਸਮ ਦੀਆਂ ਵੇਲਾਂ ਹੁੰਦੀਆਂ ਨੇ। ਪਰ ਵੇਲ ਦਾ ਇੱਕ ਸੁਭਾਅ ਹੁੰਦਾ ਹੈ, ਜੇ ਉਸ ਨੂੰ ਕਿਸੇ ਬਿਰਛ ਦੀ ਜਾਂ ਦੀਵਾਰ ਦੀ ਸੰਗਤ ਮਿਲ ਜਾਵੇ, ਉਹ ਉੱਚਾ ਚੜ੍ਹ ਜਾਂਦੀ ਹੈ। ਤੇ ਜੇ ਉਸ ਨੂੰ ਟੋਏ ਦੀ ਸੰਗਤ ਮਿਲ ਜਾਵੇ, ਉਹਦੇ ਵਿੱਚ ਹੇਠਾਂ ਉਤਰ ਜਾਂਦੀ ਹੈ, ਹੇਠਾਂ ਡਿੱਗ ਪੈਂਦੀ ਹੈ। ਤੇ ਜੇ ਉਸ ਨੂੰ ਧਰਤੀ ਦੀ ਸੰਗਤ ਮਿਲ ਜਾਵੇ, ਤੇ ਫਿਰ ਉਹ ਧਰਤੀ ਉੱਤੇ ਫੈਲ ਜਾਂਦੀ ਹੈ।
ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦਾ ਵੀ ਇਹੀ ਸਮਾਚਾਰ ਹੈ। ਜੇ ਤੇ ਉੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਵੇ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ, ਉਸ ਦਾ ਜੀਵਨ ਵੀ ਉੱਚਾ ਸੁੱਚਾ ਬਣ ਜਾਂਦਾ ਹੈ। ਤੇ ਜੇ ਮਾੜੇ ਪੁਰਸ਼ਾਂ ਦੀ ਕੁਸੰਗਤ ਮਿਲ ਜਾਵੇ ਤੇ ਉਹਦਾ ਵੀ ਅਸਰ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ। ਇਸ ਲਈ ਮਾੜੀ ਸੰਗਤ ਛੱਡ ਕੇ ਸਾਨੂੰ ਚੰਗੀ ਸੰਗਤ ਕਰਨ ਦਾ ਉਪਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਮਾੜੀ ਸੰਗਤ ਤੋਂ ਬਚੋ ਤੇ ਚੰਗੀ ਸੰਗਤ ਕਰੋ। ਭਗਤ ਕਬੀਰ ਜੀ ਇਹਦੇ ਬਾਰੇ ਫਰਮਾਉਂਦੇ ਹਨ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਮਾੜੀ ਸੰਗਤ ਦਾ ਅਸਰ ਸਾਡੇ ਜੀਵਨ ਤੇ ਅਵਸ਼ ਪੈਂਦਾ ਹੀ ਪੈਂਦਾ ਹੈ। ਜੇ ਕਾਲੇ ਬਰਤਨ ਨੂੰ ਸਾਡਾ ਪੱਲਾ ਛੋ ਜਾਵੇ, ਦਾਮਨ ਦਾ ਅਰਥ ਹੈ ਪੱਲਾ, ਕਿਸੇ ਕਾਲੇ ਭਾਂਡੇ ਨੂੰ ਸਾਡਾ ਪੱਲਾ ਛੋ ਜਾਵੇ, ਕਾਲਸ ਦਾ ਦਾਗ ਕੁਝ ਨਾ ਕੁਝ ਤੇ ਲੱਗ ਹੀ ਜਾਂਦਾ ਹੈ। ਇਸ ਲਈ ਮਾੜੀ ਸੰਗਤ ਕਰਕੇ ਕੁਝ ਨਾ ਕੁਝ ਅਸਰ ਤਾਂ ਸਾਡੇ ਜੀਵਨ ਤੇ ਸਾਡੇ ਮਨ ਤੇ ਪੈਂਦਾ ਹੀ ਪੈਂਦਾ ਹੈ। ਇਸੇ ਲਈ ਸਾਖਤਾਂ ਦੀ ਸੰਗਤ ਤੋਂ ਬਚੋ। ਕਬੀਰ ਜੀ ਨੇ ਇੱਥੋਂ ਤੱਕ ਵੀ ਕਿਹਾ ਹੈ ਵੀ ਜੇ ਕੋਈ ਸਾਖਤ ਆਉਂਦਾ ਤੁਹਾਨੂੰ ਨਜ਼ਰ ਆ ਜਾਵੇ, ਦੂਰ ਰਹਿ ਜਾਈਏ ਭਾਗ, ਉਹਨੂੰ ਵੇਖ ਕੇ ਦੂਰੋਂ ਹੀ ਪਾਸਾ ਵੱਟ ਜਾਓ। ਕਿਉਂਕਿ ਸਾਖਤ ਦੇ ਨਾਲ ਜਦੋਂ ਬੈਠਾਂਗੇ ਬੋਲਾਂਗੇ, ਉਹਨੇ ਉਹੋ ਜਿਹੀਆਂ ਗੱਲਾਂ ਕਰਨੀਆਂ ਨੇ, ਸਾਡਾ ਮਨ ਵੀ ਦੁਖੀ ਹੋਵੇਗਾ ਤੇ ਸਾਡੇ ਜੀਵਨ ਨੂੰ ਵੀ ਉਸਨੇ ਕਲੰਕੀ ਕਰ ਦੇਣਾ। ਇਸੇ ਲਈ ਸਾਖਤ ਦੀ ਸੰਗਤ ਤੋਂ ਬਚੋ, ਚੰਗੀ ਸੰਗਤ ਕਰੋ। ਕਿਉਂਕਿ ਚੰਗੀ ਸੰਗਤ ਕਰਕੇ ਜਿਵੇਂ ਵੇਲ ਬਿਰਛ ਤੇ ਚੜ੍ਹ ਜਾਂਦੀ ਹੈ, ਚੰਗੀ ਸੰਗਤ ਕਰਕੇ ਮਨੁੱਖ ਦੀ ਸੋਚ ਬੁਲੰਦੀਆਂ ਨੂੰ ਛੂਹਦੀ ਹੈ, ਉਹ ਵੀ ਕੋਈ ਚੰਗਾ ਗੁਰਮੁਖ ਵਿਅਕਤੀ ਬਣ ਜਾਂਦਾ ਹੈ। ਤੇ ਜੇ ਅਸੀਂ ਸ਼ਰਾਬੀਆਂ, ਕਬਾਬੀਆਂ, ਚੋਰਾਂ, ਯਾਰਾਂ ਦੀ ਸੰਗਤ ਕਰਾਂਗੇ ਤੇ ਫਿਰ ਉਹ ਜਿਵੇਂ ਵੇਲ ਹੇਠਾਂ ਟੋਏ ਵਿੱਚ ਡਿੱਗ ਪੈਂਦੀ ਹੈ, ਇਸ ਤਰ੍ਹਾਂ ਦੀ ਸਾਡੀ ਹਾਲਤ ਬਣ ਜਾਂਦੀ ਹੈ। ਤੇ ਜਿਹੜੇ ਸਾਧਾਰਨ ਜ਼ਿੰਦਗੀ, ਉਹ ਧਰਤੀ ਉੱਤੇ ਜਿਵੇਂ ਵੇਲ ਫੈਲਦੀ, ਇਸ ਤਰ੍ਹਾਂ ਦੀ ਉਹਦੀ ਹਾਲਤ ਹੁੰਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ, ਭਾਈ ਵੱਡਿਆਂ ਭਾਗਾਂ ਦੇ ਨਾਲ ਹਰੀ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤੇ ਜਿਹੜੇ ਭਾਗਾਂ ਤੋਂ ਹੀਣੇ ਮਨੁੱਖ ਨੇ, ਉਹ ਹਮੇਸ਼ਾ ਲਈ ਸੰਗਤ ਤੋਂ ਬਿਨਾਂ ਚੋਟਾਂ ਖਾਂਦੇ ਫਿਰਦੇ ਨੇ। ਕਿਉਂਕਿ ਮਾੜੀ ਸੰਗਤ ਕਰਕੇ ਉਹਨਾਂ ਨੂੰ ਵੀ ਠੋਕਰਾਂ ਖਾਣੀਆਂ ਹੀ ਪੈਂਦੀਆਂ। ਕਿਉਂਕਿ ਇੱਕ ਸਤਿਗੁਰੂ ਮਹਾਰਾਜ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ, ਸਾਖਤ ਸਿਉ ਐਸੀ ਰੀਤ ਹੈ ਬੁੱਝੋ ਗਿਆਨੀ ਰੰਗ। ਇਹ 12 ਵਧੀਕ ਸ਼ਲੋਕਾਂ ਦਾ ਇੱਕ ਸ਼ਲੋਕ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ। ਕਾਂ ਇੱਕ ਖੋਟਾ ਪੰਛੀ ਮੰਨਿਆ, ਉਹ ਅੰਦਰੋਂ ਵੀ ਕਾਲਾ ਤੇ ਬਾਹਰੋਂ ਵੀ ਕਾਲਾ ਹੁੰਦਾ ਹੈ, ਉਹਦੀ ਬੋਲੀ ਵੀ ਬੜੀ ਕੁਰਖਤ ਹੁੰਦੀ ਹੈ। ਕਾਂ ਬੋਲਦਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਜੇ ਕੋਈ ਬਹੁਤਾ ਬੋਲੇ, ਆਪਾਂ ਉਹਨੂੰ ਕਹਿੰਦੇ ਆ ਐਵੇਂ ਕਾਂ ਵਾਂਗੂ ਕਾਂ ਕਾਂ ਕਰੀ ਜਾਂਦਾ। ਹੁਣ ਉਹ ਕਾਂ ਖੋਟਾ ਪੰਛੀ ਮੰਨਿਆ ਤੇ ਹੰਸ ਉਹਦੇ ਮੁਕਾਬਲੇ ਤੇ ਬਹੁਤ ਉੱਚਾ ਪੰਛੀ ਮੰਨਿਆ ਹੈ। ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ। ਇੱਕ ਵਾਰੀ ਕਿਸੇ ਹੰਸ ਦੀ ਕਾਂ ਦੇ ਨਾਲ ਦੋਸਤੀ ਪੈ ਗਈ। ਹੁਣ ਹੰਸ ਮਾਨ ਸਰੋਵਰ ਤੇ ਰਹਿੰਦਾ ਸੀ ਤੇ ਕਾਂ ਵੀ ਅਚਨਚੇਤ ਉਸ ਮਾਨ ਸਰੋਵਰ ਤੇ ਚਲਿਆ ਗਿਆ। ਤੇ ਫਿਰ ਕਾਂ ਦਾ ਉੱਥੇ ਜਾ ਕੇ ਦਿਲ ਨਾ ਲੱਗਿਆ। ਦਿਲ ਨਾ ਲੱਗਣ ਦਾ ਕਾਰਨ ਇਹ ਸੀ, ਉਸ ਮਾਨ ਸਰੋਵਰ ਦੇ ਵਿੱਚੋਂ ਕਾਂ ਨੂੰ ਆਪਣੀ ਮਨ ਭਾਉਂਦੀ ਖੁਰਾਕ ਨਹੀਂ ਸੀ ਮਿਲ ਸਕਦੀ। ਕਿਉਂਕਿ ਉੱਥੇ ਤਾਂ ਹੀਰੇ ਮੋਤੀਆਂ ਦਾ ਚੋਗ ਸੀ, ਪਰ ਕਾਂ ਨੂੰ ਹੀਰੇ ਮੋਤੀ ਚੰਗੇ ਨਹੀਂ ਲੱਗਦੇ। ਉਹ ਤੇ ਗੰਦਗੀ ਫਰੋਲਦਾ ਹੈ, ਗੰਦੀਆਂ ਮੰਦੀਆਂ ਚੀਜ਼ਾਂ ਖਾਂਦਾ ਹੈ। ਇਸ ਲਈ ਕਾਂ ਦਾ ਉੱਥੇ ਜਾ ਕੇ ਦਿਲ ਨਾ ਲੱਗਿਆ। ਹੁਣ ਉਹਦੀ ਹੰਸ ਦੇ ਨਾਲ ਦੋਸਤੀ ਪੈ ਗਈ
ਤੇ ਕਾਂ ਨੇ ਉਸ ਨੂੰ ਦਾਅਵਤ ਦਿੱਤੀ। ਕਹਿਣ ਲੱਗਾ, ਹੰਸ ਭਰਾਵਾ, ਮੈਂ ਤੇਰਾ ਤੇ ਘਰ ਵੇਖ ਲਿਆ ਹੈ, ਮਾਨ ਸਰੋਵਰ ਬਹੁਤ ਅੱਛਾ ਹੈ, ਪਰ ਤੂੰ ਕਦੀ ਮੇਰਾ ਘਰ ਵੀ ਵੇਖ, ਮੇਰਾ ਘਰ ਬਹੁਤ ਅੱਛਾ ਹੈ, ਮੇਰੀ ਖੁਰਾਕ ਬੜੀ ਅੱਛੀ ਹੈ। ਹੁਣ ਭੋਲਾ ਪੰਛੀ ਹੰਸ ਉਹ ਕਹਿਣ ਲੱਗਾ, ਅੱਛਾ ਬਈ ਤੇਰਾ ਵੀ ਘਰ ਵੇਖ ਲੈਨੇ ਆ। ਔਰ ਉਹ ਕਾਂ ਦੇ ਨਾਲ ਮਾਨ ਸਰੋਵਰ ਛੱਡ ਕੇ ਉੱਡਿਆ। ਤੇ ਉਸ ਕਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਉਸ ਨੂੰ ਹੱਡਾ ਰੋੜੀ ਵਿੱਚ ਲੈ ਗਿਆ, ਕਿਉਂਕਿ ਕਾਂ ਦੀ ਮਨ ਪਾਉਂਦੀ ਖੁਰਾਕ ਉੱਥੇ ਹੀ ਮਿਲ ਸਕਦੀ ਸੀ। ਤੇ ਜਦੋਂ ਹੰਸ ਨੇ ਉੱਥੇ ਜਾ ਕੇ ਵੇਖਿਆ ਇੰਨਾ ਗੰਦਾ ਵਾਤਾਵਰਨ, ਉੱਥੇ ਮਰੇ ਪਸ਼ੂ, ਬਦਬੂ ਆਉਂਦੀ ਹੈ, ਉਹਨੂੰ ਤੇ ਸਾਹ ਰੁਕ ਗਿਆ। ਉਹ ਕਹਿਣ ਲੱਗਾ, ਭਰਾਵਾ ਮੈਂ ਨਹੀਂ ਇੱਥੇ ਰਹਿ ਸਕਦਾ। ਫਿਰ ਉਹ ਕਾਂ ਉਸ ਨੂੰ ਦੂਸਰੇ ਨੰਬਰ ਤੇ ਉਸ ਨੂੰ ਰੂੜੀਆਂ ਵਾਲੀ ਥਾਂ ਤੇ ਲੈ ਗਿਆ, ਜਿੱਥੇ ਗੰਦੀਆਂ ਮੰਦੀਆਂ ਚੀਜ਼ਾਂ ਸੁੱਟੀਆਂ ਹੁੰਦੀਆਂ ਨੇ। ਔਰ ਉੱਥੇ ਜਾ ਕੇ ਵੀ ਹੰਸ ਨੂੰ ਰਹਿਣਾ ਮੁਸ਼ਕਲ ਹੋਇਆ। ਕਹਿੰਦਾ ਵੀ ਇਹ ਤੇ ਬੜੀ ਗੰਦੀ ਜਗ੍ਹਾ, ਮੈਂ ਤੇ ਇੱਥੇ ਰਹਿ ਨਹੀਂ ਸਕਦਾ। ਫਿਰ ਉਸ ਕਾਂ ਨੇ ਸੋਚਿਆ ਬਈ ਇਹ ਹੁਣ ਜਿਹੜਾ ਹੰਸ ਹੈ ਮੇਰਾ ਦੋਸਤ ਤੇ ਬਣ ਗਿਆ, ਪਰ ਮੇਰੇ ਲਈ ਇੱਕ ਮੁਸੀਬਤ ਖੜੀ ਹੋ ਗਈ ਹੈ। ਨਾ ਤੇ ਇਹਨੂੰ ਮੇਰਾ ਟਿਕਾਣਾ ਪਸੰਦ ਆਉਂਦਾ ਹੈ ਤੇ ਨਾ ਹੀ ਇਹਨੂੰ ਮੇਰੀ ਖੁਰਾਕ ਚੰਗੀ ਲੱਗਦੀ ਹੈ। ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਤੋਂ ਖਹਿੜਾ ਛੁਡਾਇਆ ਜਾਵੇ। ਤੇ ਫਿਰ ਉਸ ਕਾਂ ਨੇ ਕੀ ਕੀਤਾ, ਉਸ ਹੰਸ ਨੂੰ ਲੈ ਕੇ ਤੇ ਜੰਗਲ ਦੇ ਵਿੱਚ ਚਲਿਆ ਗਿਆ। ਔਰ ਉੱਥੇ ਰਾਜਾ ਭੋਜ ਸ਼ਿਕਾਰ ਖੇਡਣ ਵਾਸਤੇ ਗਿਆ। ਔਰ ਉਹ ਕਾਂ ਇੱਕ ਦਰਖਤ ਤੇ ਬੈਠਾ ਸੀ। ਉਸੇ ਦਰਖਤ ਦੇ ਹੇਠਾਂ ਆ ਕੇ ਰਾਜਾ ਭੋਜ ਬੈਠ ਗਿਆ। ਤੇ ਹੁਣ ਹੰਸ ਵੀ ਉੱਤੇ ਬੈਠਾ ਹੈ ਤੇ ਕਾਂ ਵੀ ਬੈਠਾ ਹੈ। ਹੁਣ ਕਾਂ ਦਾ ਸੁਭਾਅ ਬੜਾ ਸ਼ਰਾਰਤੀ ਹੁੰਦਾ ਹੈ। ਤੇ ਉਸ ਕਾਂ ਨੇ ਕੀ ਕੀਤਾ, ਰਾਜੇ ਭੋਜ ਦੇ ਉੱਪਰ ਬੈਠ ਸੁੱਟ ਦਿੱਤੀ। ਹੁਣ ਜਦੋਂ ਕਾਂ ਨੇ ਬੈਠ ਸੁੱਟੀ ਤੇ ਰਾਜੇ ਦੇ ਕੱਪੜਿਆਂ ਤੇ ਉਹ ਬੈਠ ਡਿੱਗੀ। ਤੇ ਜਿਹੜੇ ਰਾਜੇ ਦੇ ਨਾਲ ਉਸਦੇ ਸਿਪਾਹੀ ਸਨ, ਗਨਮੈਨ ਸਨ, ਸੁਰੱਖਿਆ ਗਾਰਡ ਸਨ, ਤੇ ਉਹਨਾਂ ਨੇ ਉੱਪਰ ਵੱਲ ਨਜ਼ਰ ਮਾਰੀ। ਕਾਂ ਬੜਾ ਸ਼ਰਾਰਤੀ ਹੁੰਦਾ ਹੈ, ਚੁਸਤ ਚਲਾਕ ਵੀ ਹੁੰਦਾ ਹੈ। ਉਹ ਕਾਂ ਤੇ ਉਸੇ ਵੇਲੇ ਉੱਥੋਂ ਉਡਾਰੀ ਮਾਰ ਗਿਆ ਤੇ ਹੰਸ ਭੋਲਾ ਪੰਛੀ ਉੱਤੇ ਬੈਠਾ ਰਿਹਾ। ਉਹਨਾਂ ਸੋਚਿਆ ਵੀ ਹੰਸ ਨੇ ਬੈਠ ਕੀਤੀ ਹੈ। ਤੇ ਰਾਜੇ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਖਿੱਚ ਕੇ ਤੀਰ ਮਾਰਿਆ ਤੇ ਹੰਸ ਜ਼ਖਮੀ ਹੋ ਕੇ ਹੇਠਾਂ ਡਿੱਗਿਆ। ਤੇ ਕਾਂ ਤੇ ਉਡਾਰੀ ਮਾਰ ਗਿਆ ਤੇ ਹੰਸ ਜ਼ਖਮੀ ਹੋ ਕੇ ਰਾਜੇ ਭੋਜ ਦੇ ਅੱਗੇ ਆ ਡਿੱਗਿਆ। ਤੇ ਕਹਿੰਦੇ ਨੇ ਰਾਜੇ ਭੋਜ ਨੇ ਉਸ ਹੰਸ ਨੂੰ ਪੁੱਛਿਆ, ਬਈ ਤੂੰ ਹੰਸ ਹੋ ਕੇ ਇਹ ਐਸਾ ਮਾੜਾ ਕੰਮ ਕਿਉਂ ਕੀਤਾ, ਮੇਰੇ ਉੱਤੇ ਬੈਠ ਕਿਉਂ ਸੁੱਟੀ? ਉਸ ਜ਼ਖਮੀ ਹੰਸ ਨੇ ਅੱਗੋਂ ਆਖਿਆ, ਕਹਿਣ ਲੱਗਾ, ਰਾਜਾ ਤੂੰ ਸੋਚ ਸਕਦਾ ਹੈ ਬਈ ਕੋਈ ਹੰਸ ਵੀ ਇਸ ਤਰ੍ਹਾਂ ਦੀ ਸ਼ਰਾਰਤ ਕਰ ਸਕਦਾ ਹੈ? ਮੈਂ ਤੇ ਭੋਲਾ ਪੰਛੀ ਤੁਹਾਡੀ ਨਜ਼ਰ ਪੈ ਗਿਆ, ਤੁਸਾਂ ਮੈਨੂੰ ਤੀਰ ਮਾਰ ਦਿੱਤਾ, ਪਰ ਇਹ ਕੰਮ ਮੈਂ ਨਹੀਂ ਕੀਤਾ, ਇਹ ਤੇ ਕਿਸੇ ਹੋਰ ਪੰਛੀ ਦਾ ਕਾਰਾ ਹੈ। ਉਹ ਪੁੱਛਣ ਲੱਗੇ, ਉਹ ਕਿਹੜਾ ਪੰਛੀ ਹੈ? ਕਹਿੰਦਾ ਇਹ ਕੰਮ ਕਾਂ ਨੇ ਕੀਤਾ। ਤੇ ਹੁਣ ਕਾਂ ਉੱਥੇ ਕਿੱਥੋਂ ਲੱਭੇ? ਕਾਂ ਤੇ ਕਿਧਰੇ ਦੀ ਕਿਧਰੇ ਉਡਾਰੀ ਮਾਰ ਗਿਆ। ਸਤਿਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਇਹ ਇੱਕ ਉਦਾਹਰਣ ਦਿੱਤੀ ਹੈ ਮਾੜੀ ਸੰਗਤ ਦਾ, ਵੀ ਸਾਨੂੰ ਕਿੰਨਾ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ। ਇਹ ਕਿਉਂ ਭਗਤ ਕਬੀਰ ਜੀ ਨੇ ਗੱਲ ਆਖੀ? ਸਾਕਤ ਦਾ ਕੋਈ ਪਤਾ ਨਹੀਂ, ਇਹੋ ਜਿਹੇ ਥਾਂ ਤੇ ਲਿਜਾ ਕੇ ਤੁਹਾਨੂੰ ਕਸੂਤਾ ਫਸਾ ਦੇਵੇ, ਤੁਹਾਡੀ ਜਾਨ ਲਈ ਵੀ ਖਤਰਾ ਬਣ ਸਕਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਸਰਵਰ ਹੰਸ ਨਾ ਜਾਣਿਆ ਕਾ ਕੋ ਪੰਖੀ ਸੰਗ, ਸਾਕਤ ਸਿਉ ਐਸੀ ਰੀਤ ਹੈ ਬੁੱਝੋ ਗਿਆਨੀ ਰੰਗ। ਤੁਸੀਂ ਸਾਕਤਾਂ ਦੇ ਨਾਲ ਕਿਤੇ ਦੋਸਤੀ ਪਾ ਵੀ ਲਓ ਨਾ, ਕਿਸੇ ਥਾਂ ਬੁਰੀ ਤਰ੍ਹਾਂ ਤੁਹਾਨੂੰ ਐਸਾ ਫਸਾਉਣਗੇ ਤੇ ਫਿਰ ਬਾਅਦ ਵਿੱਚ ਪਛਤਾਉਣਾ ਹੀ ਪਵੇਗਾ। ਇਸ ਲਈ ਮਾੜੀ ਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਹ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਪਰਉਪਕਾਰੀ ਸਤਿਗੁਰੂ
12 ਮਾਹ ਬਾਣੀ ਦੁਆਰਾ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਅੰਦਰ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ੇ ਨੇ। ਜਿਹੜਾ ਦੇਸੀ ਸਾਲ ਹੈ, ਜਿਸ ਨੂੰ ਬਿਕਰਮੀ ਸੰਮਤ ਆਖਿਆ ਜਾਂਦਾ ਹੈ, ਔਰ ਇਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਚੇਤ ਤੇ ਵੈਸਾਖ ਮਹੀਨੇ ਦੁਆਰਾ ਪਿੱਛੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਹਦੀ ਵਿਚਾਰ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਅੱਗੇ ਜੇਠ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜੇਠ ਦੇ ਮਹੀਨੇ ਦੇ ਅੰਦਰ, ਜੇਠ ਠੱਠੇ ਨੂੰ ਸਿਹਾਰੀ ਹੈ ਔਰ ਇਹਦੇ ਵਿੱਚੋਂ ਇਹ ਕਾਰਕ ਨਿਕਲਦਾ। ਜੇ ਹਰ ਜੇਠ ਜੁੜਨ ਦਾ ਲੋੜੀਆ, ਹਜ਼ੂਰ ਕਹਿੰਦੇ ਭਾਈ ਇਸ ਜੇਠ ਦੇ ਮਹੀਨੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਗੁਰਮਤਿ ਦਾ ਬੁਨਿਆਦੀ ਸਿਧਾਂਤ ਇੱਕ ਓੰਕਾਰ ਹੈ, ਉਹ ਵਾਹਿਗੁਰੂ ਇੱਕ ਹੈ, ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ। ਮੂਲ ਸਿੰਚਨ ਨਿਆਏ ਸੇ, ਕਿਸੇ ਬਿਰਛ ਦੇ ਮੁੱਢ ਨੂੰ ਪਾਣੀ ਸਿੰਜ ਦਿਓ ਤੇ ਸਾਰਾ ਬਿਰਛ ਹਰਾ ਭਰਾ ਹੋ ਜਾਵੇਗਾ। ਉਸ ਨੂੰ ਪੱਤਰੇ ਵੀ ਲੱਗਣਗੇ, ਫੁੱਲ ਵੀ ਲੱਗਣਗੇ ਤੇ ਫਲ ਵੀ ਲੱਗਣਗੇ, ਛਾਂ ਵੀ ਮਿਲੇਗੀ, ਸੁਗੰਧੀ ਵੀ ਮਿਲੇਗੀ ਤੇ ਫਲਾਂ ਦਾ ਰਸ ਵੀ ਪ੍ਰਾਪਤ ਹੋਵੇਗਾ। ਤੇ ਜੇ ਤੁਸੀਂ ਮੁੱਢ ਨੂੰ ਪਾਣੀ ਨਾ ਪਾਇਆ, ਟਾਹਣੀਆਂ ਨੂੰ ਪਾਣੀ ਸਿੰਜਣ ਲੱਗ ਪਏ ਤੇ ਫਿਰ ਗੱਲ ਨਹੀਂ ਬਣੇਗੀ। ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ ਹੈ, ਵਾਹਿਗੁਰੂ ਪਰਮੇਸ਼ਰ ਮੂਲ ਰੂਪ ਹੈ ਤੇ ਬਾਕੀ ਜਿਹੜੇ ਦੇਵੀ ਦੇਵਤੇ ਨੇ ਸਭ ਉਸਦੀਆਂ ਟਾਹਣੀਆਂ ਨੇ। ਇੱਕ ਸ਼ਬਦ ਵਿੱਚ ਆਇਆ ਹੈ, ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ। ਬ੍ਰਹਮਾ ਪਤਰੇ ਹੈ ਤੇ ਵਿਸ਼ਨੂੰ ਟਾਹਣੀ ਵਾਂਗ ਹੈ ਤੇ ਫੂਲ ਸ਼ੰਕਰ ਦਿਓ, ਤੇ ਸ਼ਿਵ ਜੀ ਕਹਿੰਦੇ ਉਹ ਫੁੱਲਾਂ ਵਾਂਗ ਹੈ। ਜਿਹੜੇ ਦੇਵੀ ਦੇਵਤੇ ਨੇ ਤੇ ਬਾਕੀ ਸ਼ਾਖਾ ਨੇ ਤੇ ਮੁੱਢ ਵਾਹਿਗੁਰੂ ਪਰਮੇਸ਼ਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਜੇਠ ਜੁੜਨ ਦਾ ਲੋੜੀ ਹੈ। ਇਸ ਜੇਠ ਦੇ ਮਹੀਨੇ ਵਿੱਚ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ ਹੈ, ਜਿਸ ਅੱਗੇ ਸਭ ਨਿਵੰਨ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਅੱਗੇ ਪਾਈ ਸਾਰੇ ਹੀ ਨਿਵਦੇ ਨੇ, ਸਾਰੇ ਹੀ ਝੁਕਦੇ ਨੇ, ਜਿਸ ਦੇ ਚਰਨਾਂ ਤੇ ਸਾਰੇ ਹੀ ਨਮਸਕਾਰ ਕਰਦੇ ਨੇ। ਕਲਗੀਧਰ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ, ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਆਓ ਮੁਖ ਚਾਰ। ਕਈ ਰਾਮ ਤੇ ਕ੍ਰਿਸ਼ਨ ਵਰਗੇ ਅਵਤਾਰ ਤੇ ਬ੍ਰਹਮਾ ਵਰਗੇ ਦੇਵਤੇ ਵਾਹਿਗੁਰੂ ਦੇ ਘਰ ਦੇ ਝਾੜੂ ਬਰਦਾਰ ਨੇ। ਕਈ ਰਾਮ ਬਾਰ ਬੁਹਾਰ, ਬੁਹਾਰ ਕਹਿੰਦੇ ਨੇ ਝਾੜੂ ਫੇਰਨ ਵਾਲੇ ਨੂੰ। ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਆਓ ਮੁਖ ਚਾਰ। ਇਹ ਸਾਰੇ ਵਾਹਿਗੁਰੂ ਦੇ ਚਰਨਾਂ ਤੇ ਝੁਕਦੇ ਨੇ, ਉਹਦੇ ਸੇਵਾਦਾਰ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਬਈ ਤੁਸੀਂ ਜੇਠ ਦੇ ਮਹੀਨੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ, ਉਹਦੀ ਪੂਜਾ ਕਰੋ, ਉਹਦੀ ਉਪਾਸਨਾ ਕਰੋ, ਉਹਦਾ ਸਿਮਰਨ ਕਰੋ, ਜਿਸ ਅੱਗੇ ਸਾਰੇ ਝੁਕਦੇ ਨੇ। ਸਭ ਦੇਵੀ ਦੇਵਤੇ, ਪੀਰ ਪੈਗੰਬਰ ਸਾਰੇ ਵਾਹਿਗੁਰੂ ਦੇ ਅੱਗੇ ਝੁਕਦੇ ਨੇ। ਤੁਸੀਂ ਸੋਦਰ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹੋ ਤੇ ਰਹਿਰਾ ਸਾਹਿਬ ਜੀ ਦੇ ਵਿੱਚ ਵੀ ਪੜ੍ਹਦੇ ਹੋ। ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿੰਨਾ ਖੋਲ ਕੇ ਲਿਖਿਆ ਹੈ ਵੀ ਸਾਰੇ ਦੇਵੀ ਦੇਵਤੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਨੇ, ਜਿਸ ਅੱਗੇ ਸਭ ਨਿਵੰਨ। ਉਹਦੇ ਮੂਹਰੇ ਸਾਰੇ ਹੀ ਝੁਕਦੇ ਨੇ, ਉਸ ਦੇ ਮੂਹਰੇ ਸਾਰੇ ਹੀ ਸਜਦੇ ਕਰਦੇ ਹਨ। ਇਸ ਲਈ ਸਾਨੂੰ ਵੀ ਉਹਦੇ ਅੱਗੇ ਹੀ ਝੁਕਣਾ ਚਾਹੀਦਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਹੋਰ ਬੜੀ ਸ਼ਾਨਦਾਰ ਗੱਲ ਲਿਖੀ ਹੈ। ਉਹ ਕਹਿੰਦੇ ਨੇ, ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ।
ਜਿਹੜਾ ਮਨਮੁਖ ਦਾ ਸੁਭਾਅ ਇਹ ਹੁੰਦਾ ਹੈ, ਉਹ ਸੱਚੇ ਸਤਿਗੁਰੂ ਨੂੰ ਛੱਡ ਕੇ ਉਹ ਬੰਦਿਆਂ ਦਾ ਬੰਦਾ, ਬੰਦਿਆਂ ਦਾ ਗੁਲਾਮ ਬਣਦਾ ਹੈ। ਪਰ ਗੁਰਮਤਿ ਦਾ ਸਿਧਾਂਤ ਇਹ ਨਹੀਂ। ਗੁਰਮਤਿ ਦਾ ਸਿਧਾਂਤ ਹੈ ਹਰ ਜੇਠ ਜੁੜਨ ਦਾ ਲੋੜੀ ਹੈ, ਵੀ ਵਾਹਿਗੁਰੂ ਦੇ ਨਾਲ ਜੁੜੋ, ਇੱਕ ਓੰਕਾਰ ਦੇ ਨਾਲ ਜੁੜੋ, ਜਿਸ ਅੱਗੇ ਸਭ ਨਿਵੰਨ, ਜਿਸ ਦੇ ਅੱਗੇ ਪਾਈ ਸਭ ਦੇਵਤੇ ਵੀ, ਦੈਂਤ ਵੀ, ਮਨੁੱਖ ਵੀ, ਸਾਰੇ ਜਿਸ ਅੱਗੇ ਝੁਕਦੇ ਨੇ, ਸਾਰੇ ਜਿਸ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ, ਤੇ ਸਾਨੂੰ ਉਹਦੇ ਨਾਲ ਹੀ ਜੁੜਨਾ ਚਾਹੀਦਾ ਹੈ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਉਹ ਸੱਜਣ, ਅਕਾਲ ਪੁਰਖ ਵਾਹਿਗੁਰੂ ਦੇ ਦਾਵਨ ਦਾ ਅਰਥ ਹੈ ਪੱਲਾ, ਜਿਹੜੇ ਉਸ ਦੇ ਪੱਲੇ ਦੇ ਨਾਲ ਲੱਗ ਜਾਂਦੇ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲੈਂਦੇ ਨੇ, ਤੇ ਵਾਹਿਗੁਰੂ ਸਮਰੱਥ ਹੈ ਸ਼ਰਨ ਆਇਆਂ ਦੀ ਰੱਖਿਆ ਕਰਦਾ। ਕਿਸੇ ਨਾ ਦੇਈ ਬੰਨ, ਤੇ ਉਹ ਕਿਸੇ ਹੋਰ ਨੂੰ ਅੱਗੇ ਬੰਨ ਕੇ ਨਹੀਂ ਦਿੰਦਾ। ਇਹਦਾ ਮਤਲਬ ਇਹ ਹੈ ਵਾਹਿਗੁਰੂ ਸ਼ਰਨਪਾਲ ਹੈ। ਸ਼ਰਨਪਾਲ ਉਸ ਨੂੰ ਕਹਿੰਦੇ ਨੇ, ਕੋਈ ਵੀ ਗੁਨਾਹਗਾਰ ਆਦਮੀ ਜਦੋਂ ਉਹਦੀ ਸ਼ਰਨ ਵਿੱਚ ਚਲਿਆ ਜਾਵੇ ਔਰ ਉਹ ਉਸ ਨੂੰ ਪਨਾਹ ਦਿੰਦਾ, ਤੇ ਫਿਰ ਜੇ ਕੋਈ ਹੋਰ ਉਸ ਦਾ ਦੁਸ਼ਮਣ ਉਹਦੇ ਪਾਸੋਂ ਮੰਗੇ ਤੇ ਫਿਰ ਉਹਦੇ ਨਾਲ ਜੰਗ ਯੁੱਧ ਕਰਦਾ। ਵਾਹਿਗੁਰੂ ਪਰਮੇਸ਼ਰ ਦੀ ਜਿਹੜਾ ਸ਼ਰਨ ਵਿੱਚ ਚਲਿਆ ਜਾਵੇ, ਉਹਦੀ ਸਾਰੀ ਗਰੰਟੀ, ਸਾਰੀ ਜ਼ਿੰਮੇਦਾਰੀ ਵਾਹਿਗੁਰੂ ਦੇ ਸਿਰ ਹੋ ਜਾਂਦੀ ਹੈ। ਹਰ ਸੱਜਣ ਦਾਵਨ ਲੱਗਿਆ, ਹਜ਼ੂਰ ਕਹਿੰਦੇ ਤੁਸੀਂ ਵਾਹਿਗੁਰੂ ਦੀ ਸ਼ਰਨ ਲਓ। ਜਦੋਂ ਵਾਹਿਗੁਰੂ ਦਾ ਪੱਲਾ ਫੜ ਲਿਆ, ਕਿਸੇ ਨਾ ਦੇਈ ਮਾਨੋ ਕਿਸੇ ਨੂੰ ਬੰਨ ਕੇ ਅੱਗੇ ਹੋਰ ਨਹੀਂ ਦੇਵੇਗਾ। ਇੱਥੋਂ ਤੱਕ ਵਾਹਿਗੁਰੂ ਦੀ ਸ਼ਰਨ ਵਿੱਚ ਗਿਆ ਜਮ ਵੀ ਸਾਡੇ ਵੱਲ ਨਹੀਂ ਝਾਕ ਸਕਣਗੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਦੂਰ ਰਹੀਓ ਜਨ ਤੇ ਬਾਟ, ਜਮ ਤੇ ਰਾਖੈ ਦੇ ਕਰ ਹੱਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਵੀ ਲਿਖਿਆ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਭਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਨਹੀਂ ਬਚ ਸਕਦਾ ਕਾਲ ਤੋਂ। ਜਿਸ ਕਾਲ ਨੇ 14 ਲੋਕ ਵਸ ਕੀਤੇ ਹੋਏ ਨੇ, ਉਹ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ? ਕੀ ਦੇਵੀ ਦੇਵਤੇ ਨਹੀਂ ਸਾਨੂੰ ਬਚਾ ਸਕਣਗੇ? ਕਲਗੀਧਰ ਪਾਤਸ਼ਾਹ ਦਾ ਫੈਸਲਾ ਹੈ, ਰਾਮ ਰਹੀਮ ਉਬਾਰ ਨਾ ਸਕਹਿ, ਜਾ ਕਰ ਨਾਮ ਰਟੈ ਹੈ। ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਭ ਹੈ। ਇਹ ਤਾਂ ਸਭ ਦੇਵੀ ਦੇਵਤੇ ਆਪ ਹੀ ਕਾਲ ਦੇ ਅਧੀਨ ਨੇ, ਇਹ ਸਾਨੂੰ ਕਿਵੇਂ ਕਾਲ ਤੋਂ ਬਚਾਉਣਗੇ? ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁਟੋ ਕਾਲ ਫਾਸਤੇ ਤਬ ਹੀ, ਗਹੋ ਸਰਨ ਜਗਤਾਗਰ। ਕਿੰਨਾ ਸੁੰਦਰ ਉਪਦੇਸ਼ ਹੈ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਲਓ, ਉਹਦਾ ਪੱਲਾ ਫੜੋ, ਉਹ ਕਿਸੇ ਨੂੰ ਬੰਨ ਕੇ ਹੋਰ ਅੱਗੇ ਨਹੀਂ ਦੇਵੇਗਾ, ਉਹ ਤੋਂ ਜਮਦੂਤ ਵੀ ਨਹੀਂ ਖੋ ਕੇ ਲਿਜਾ ਸਕਣਗੇ। ਵਾਹਿਗੁਰੂ ਹਮੇਸ਼ਾ ਲਈ ਤੁਹਾਡੀ ਰੱਖਿਆ ਕਰਨ ਲਈ ਸਮਰੱਥ ਹੈ। ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਹਾਂਗੀਰ ਬਾਦਸ਼ਾਹ ਨੇ ਕਿਸੇ ਸਾਜ਼ਿਸ਼ ਅਧੀਨ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕੁਝ ਸਮਾਂ ਗਵਾਲੀਅਰ ਦੇ ਕਿਲੇ ਵਿੱਚ ਰਹੇ, ਇਤਿਹਾਸ ਦੱਸਦਾ ਹੈ ਉਸ ਕਿਲੇ ਦੇ ਵਿੱਚ ਉਹੀ ਕੈਦੀ ਭੇਜੇ ਜਾਂਦੇ ਸਨ ਜਿਨ੍ਹਾਂ ਦੇ ਉੱਤਰ ਬਹੁਤ ਗੰਭੀਰ ਦੋਸ਼ ਹੁੰਦੇ ਸਨ, ਔਰ ਉਹਨਾਂ ਨੂੰ ਉੱਥੇ ਉਮਰ ਕੈਦ ਦੀ ਸਜ਼ਾ ਹੁੰਦੀ ਸੀ। ਉਹਨਾਂ ਨੂੰ ਹਾਨੇਰ ਖਾਤਿਆਂ ਵਿੱਚ, ਤਹਿਖਾਨਿਆਂ ਦੇ ਵਿੱਚ ਬੰਦ ਕੀਤਾ ਜਾਂਦਾ ਸੀ। ਇੱਥੋਂ ਤੱਕ ਸੂਰਜ ਦੀ ਰੌਸ਼ਨੀ ਤੱਕ ਵੀ ਉਹਨਾਂ ਨੂੰ ਦੇਖਣ ਨੂੰ ਨਹੀਂ ਸੀ ਮਿਲਦੀ। ਹੁਣ ਐਸੀ ਭੈੜੀ ਹਵਾਲਾਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਭੇਜਿਆ ਗਿਆ। ਪਰ ਕਹਿੰਦੇ ਨੇ ਜਿਹੜਾ ਇੱਥੋਂ ਦਾ ਦਰੋਗਾ ਸੀ ਭਾਈ ਹਰਦਾਸ, ਉਹ ਗੁਰੂ ਮਹਾਰਾਜ ਦੇ ਬਾਰੇ ਪਹਿਲਾਂ ਹੀ ਬਹੁਤ ਕੁਝ ਸੁਣ ਚੁੱਕਿਆ ਸੀ। ਉਹ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਗਏ ਤੇ ਉਸ ਵੇਲੇ ਹਰਦਾਸ ਦਰੋਗੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਵਾਗਤ ਕੀਤਾ। ਕਹਿਣ ਲੱਗਾ, ਸੱਚੇ ਪਾਤਸ਼ਾਹ
जो भी हुक्म करो मैं उसे तरह ही सेवा करन लई तैयार हाँ। गुरु महाराज सच्चे पातशाह ने देखिया भी इस किले दे विच 52 राजे ਉਹ ਰਾਜੇ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ। ਉਹਨਾਂ ਦੇ ਪੈਰਾਂ ਨੂੰ ਸੰਗਲ ਪਾ ਕੇ ਤਹਿਖਾਨਿਆਂ ਦੇ ਵਿੱਚ ਬੰਦ ਕੀਤਾ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦਰੋਗੇ ਨੂੰ, ਕਹਿੰਦੇ ਭਾਈ ਇਹਨਾਂ ਦੇ ਸੰਗਲ ਖੋਲੋ, ਇਹਨਾਂ ਨੂੰ ਇਹਨਾਂ ਹਨੇਰੇ ਤਹਿਖਾਨਿਆਂ ਵਿੱਚੋਂ ਬਾਹਰ ਕੱਢੋ। ਪਹਿਲਾਂ ਤੇ ਦਰੋਗਾ ਕੁਛ ਝਿਜਕਿਆ, ਕਹਿਣ ਲੱਗਾ ਵੀ ਮਹਾਰਾਜ ਮੈਨੂੰ ਬਾਦਸ਼ਾਹ ਨਾ ਡਾਂਟੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਸੇ ਦੀ ਪਰਵਾਹ ਨਾ ਮੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ। ਤੂੰ ਸਾਡਾ ਬਚਨ ਮੰਨ, ਗੁਰੂ ਤੇਰੀ ਸਹਾਇਤਾ ਕਰੇਗਾ। ਉਹਨੇ ਸਾਰੇ ਰਾਜੇ ਵੀ ਉਹਨਾਂ ਤਹਿਖਾਨਿਆਂ ਵਿੱਚੋਂ ਬਾਹਰ ਕੱਢ ਦਿੱਤੇ। ਹੁਣ ਉਹ ਆਪਣੀ ਆਜ਼ਾਦੀ ਦੇ ਨਾਲ ਕਿਲੇ ਦੇ ਅੰਦਰ ਅੰਦਰ ਘੁੰਮਣ ਲੱਗੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦੀਵਾਨ ਸਜਾਉਂਦੇ ਤੇ ਸਾਰੇ ਰਾਜੇ ਆਉਂਦੇ, ਕੀਰਤਨ ਸੁਣਦੇ, ਗੁਰਬਾਣੀ ਸੁਣਦੇ ਤੇ ਕੜਾਹ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ। ਤੇ ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਸਰਕਾਰ ਵੱਲੋਂ ਰਾਸ਼ਨ ਪਾਣੀ ਭੇਜਿਆ ਜਾਂਦਾ ਸੀ ਤੇ ਗੁਰੂ ਮਹਾਰਾਜ ਤਾਂ ਉਹ ਨਹੀਂ ਸੀ ਅੰਗੀਕਾਰ ਕਰਦੇ। ਉਹ ਇਹਨਾਂ ਰਾਜਿਆਂ ਨੂੰ ਹੀ ਕੜਾਹ ਪ੍ਰਸ਼ਾਦ ਬਣਾ ਕੇ ਛਕਾ ਦਿੰਦੇ। ਰਾਜਿਆਂ ਨੂੰ ਤੇ ਮੌਜਾਂ ਲੱਗ ਗਈਆਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਾਸਤੇ ਭਾਈ ਬਿਧੀ ਚੰਦ ਤੇ ਭਾਈ ਪ੍ਰਾਣਾ ਜੀ ਇਹ ਬਾਹਰ ਜਾਂਦੇ, ਕਿਰਤ ਕਰਦੇ ਤੇ ਉਹਦੇ ਵਿੱਚੋਂ ਜਿੰਨਾ ਕੋਈ ਮਾਇਆ ਜਾਂ ਲਾਭ ਹੁੰਦਾ ਉਹਦਾ ਰਾਸ਼ਨ ਪਾਣੀ ਖਰੀਦ ਕੇ ਜਿਹੜੀ ਧਰਮ ਦੀ ਕਿਰਤ ਦਾ ਪਵਿੱਤਰ ਅੰਨ ਗੁਰੂ ਮਹਾਰਾਜ ਆਪ ਛਕਦੇ ਸਨ। ਤੇ ਜਿਹੜਾ ਸਰਕਾਰ ਦੇ ਖਜ਼ਾਨੇ ਵਿੱਚੋਂ ਆਇਆ ਧਨ ਜਾਂ ਅੰਨ ਉਹ ਗੁਰੂ ਮਹਾਰਾਜ ਨਹੀਂ ਸਨ ਗ੍ਰਹਿਣ ਕਰਦੇ। ਇਹ ਗੁਰੂ ਮਹਾਰਾਜ ਦੀ ਆਪਣੀ ਮੌਜ ਸੀ। ਹੁਣ ਜਦੋਂ ਕਾਫੀ ਸਮਾਂ ਉੱਥੇ ਰਹਿੰਦਿਆਂ ਹੋਇਆ ਤੇ ਜਿਹੜੇ ਗੁਰੂ ਮਹਾਰਾਜ ਦੇ ਵਿਰੋਧੀ ਸਨ ਉਹ ਚਾਹੁੰਦੇ ਸਨ ਵੀ ਗੁਰੂ ਮਹਾਰਾਜ ਨੂੰ ਉਸ ਕਿਲੇ ਦੇ ਵਿੱਚ ਬੰਦ ਰੱਖਿਆ ਜਾਵੇ ਤੇ ਉੱਥੇ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਇਹਦੇ ਲਈ ਸਾਜ਼ਿਸ਼ਾਂ ਵੀ ਬਣੀਆਂ। ਇੱਕ ਜ਼ਹਿਰੀਲੀ ਪੁਸ਼ਾਕ ਗੁਰੂ ਮਹਾਰਾਜ ਦੇ ਪਾਸ ਭੇਜੀ ਗਈ, ਪਰ ਹਰਦਾਸ ਦਰੋਗੇ ਨੇ ਇਹਦੇ ਬਾਰੇ ਪਹਿਲਾਂ ਹੀ ਸਤਿਗੁਰੂ ਮਹਾਰਾਜ ਨੂੰ ਸੂਚਨਾ ਦੇ ਦਿੱਤੀ, ਕਿਉਂਕਿ ਉਹ ਸਿੱਖ ਬਣ ਚੁੱਕਿਆ ਸੀ। ਤੇ ਫਿਰ ਕਈ ਵਾਰੀ ਖਾਣੇ ਵਿੱਚ ਜ਼ਹਿਰ ਮਿਲਾ ਕੇ ਵੀ ਭੇਜੀ ਗਈ, ਪਰ ਉੱਥੋਂ ਵੀ ਅਕਾਲ ਪੁਰਖ ਨੇ ਰੱਖਿਆ ਕੀਤੀ। ਤੇ ਹੁਣ ਜਦੋਂ ਉਹਨਾਂ ਵਿਰੋਧੀਆਂ ਨੇ ਦੇਖਿਆ ਵੀ ਹੁਣ ਤੇ ਸਾਡੀ ਕੋਈ ਦਾਲ ਨਹੀਂ ਗਲਦੀ, ਵੀ ਹੁਣ ਕੀ ਕੀਤਾ ਜਾਵੇ, ਔਰ ਉਹ ਬਾਦਸ਼ਾਹ ਨੂੰ ਡਰਾ ਕੇ ਕਈ ਝੂਠੀਆਂ ਸੱਚੀਆਂ ਗੱਲਾਂ ਮੜ ਕੇ ਉਹ ਚਾਹੁੰਦੇ ਸਨ ਵੀ ਗੁਰੂ ਮਹਾਰਾਜ ਨੂੰ ਰਿਹਾ ਨਾ ਕੀਤਾ ਜਾਵੇ। ਚਲੋ ਖੈਰ, ਪ੍ਰਸੰਗ ਕਾਫੀ ਲੰਬਾ ਹੈ। ਉਧਰੋਂ ਗੁਰਸਿੱਖਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਜਿਹੜੀ ਮੋਹਲਤ ਸੀ 40 ਦਿਨਾਂ ਦੀ ਉਹ ਤੇ ਕਦੋਂ ਦੀ ਪੂਰੀ ਹੋ ਚੁੱਕੀ ਹੈ ਤੇ ਬਾਦਸ਼ਾਹ ਅਵੇਸਲਾ ਹੋ ਗਿਆ। ਇਸ ਲਈ ਹੁਣ ਬਾਦਸ਼ਾਹ ਨੂੰ ਕੁਛ ਨਾ ਕੁਛ ਜਲਵਾ ਦਿਖਾਉਣਾ ਚਾਹੀਦਾ ਤੇ ਫਿਰ ਹੀ ਉਹ ਗੁਰੂ ਮਹਾਰਾਜ ਨੂੰ ਰਿਹਾ ਕਰੇਗਾ। ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਦੇ ਨਾਲ ਭਾਈ ਜੇਠਾ ਤੇ ਪ੍ਰਾਣਾ ਜੀ ਨੇ ਆਪਣੀ ਆਤਮਕ ਸ਼ਕਤੀ ਦੇ ਨਾਲ ਸ਼ੇਰ ਬਣ ਕੇ ਰਾਤ ਨੂੰ ਜਾ ਕੇ ਬਾਦਸ਼ਾਹ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਤੇ ਹੁਣ ਉਹ 2 ਸ਼ੇਰ ਦਹਾੜਦੇ ਹੋਏ ਬਾਦਸ਼ਾਹ ਵੱਲ ਨੂੰ ਵੱਧਦੇ ਨੇ, ਉਹਦੀ ਛਾਤੀ ਤੇ ਪੈਰ ਰੱਖ ਲੈਂਦੇ ਨੇ ਤੇ ਉਸ ਨੂੰ ਮਾਰ ਕੇ ਖਾ ਜਾਣ ਦਾ ਭੈ ਦਿੰਦੇ ਨੇ। ਤੇ ਉਹ ਗੁਰੂ ਮਹਾਰਾਜ ਨੂੰ ਯਾਦ ਕਰਦਾ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਆਤਮਕ ਬਲ ਦੇ ਨਾਲ ਉੱਥੇ ਪਹੁੰਚ ਜਾਂਦੇ ਹਨ ਔਰ ਉਹਨਾਂ ਦੋਨਾਂ ਸ਼ੇਰਾਂ ਨੂੰ ਹੱਥ ਵਿੱਚ ਰੁਮਾਲ ਲੈ ਕੇ ਪਿੱਛੇ ਹਟਾ ਦਿੰਦੇ ਨੇ ਤੇ ਸ਼ੇਰ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਪਿੱਛੇ ਹਟ ਜਾਂਦੇ ਨੇ। ਕਈ ਦਿਨ ਇਹ ਕੌਤਕ ਚੱਲਦਾ ਰਿਹਾ। ਬਾਦਸ਼ਾਹ ਨੇ ਨਜ਼ੂਮੀ ਸੱਦੇ, ਹੋਰ ਜਿਹੜੇ ਜੰਤਰੀ ਮੰਤਰੀ ਲੋਕ ਸੱਦੇ, ਕਾਲੇ ਇਲਮ ਵਾਲੇ ਵੀ ਸੱਦੇ, ਪਰ ਉਹਨਾਂ ਗੁਰਸਿੱਖਾਂ ਦੇ ਉੱਤੇ ਕਿਸੇ ਦਾ ਅਸਰ ਨਾ ਹੋਇਆ। ਰੋਜ਼ ਬਾਦਸ਼ਾਹ ਨੂੰ ਜਾ ਕੇ ਡਰਾਉਂਦੇ ਨੇ ਤੇ ਅਖੀਰ ਤੇ ਭਾਈ ਜੇਠਾ ਨਜ਼ੂਮੀ ਬਣ ਕੇ ਗਿਆ। ਉਹ ਕਹਿਣ ਲੱਗਾ ਮੈਂ ਬਾਦਸ਼ਾਹ ਦਾ ਇਲਾਜ ਕਰ ਸਕਦਾ, ਕਿਉਂਕਿ ਬਾਦਸ਼ਾਹ ਨੂੰ ਇਹ ਵਹਿਮ ਪਾਇਆ ਹੋਇਆ ਸੀ ਤੇਰੇ ਤੇ ਸਾੜ ਸਤੀ ਆਈ ਹੋਈ ਹੈ। ਤੇ ਭਾਈ ਜੇਠਾ ਗਿਆ ਤੇ ਉਸਨੇ ਬਾਦਸ਼ਾਹ ਨੂੰ ਬਿਲਕੁਲ ਇਕੱਲਿਆਂ ਗੱਲਬਾਤ ਕੀਤੀ ਤੇ ਬਾਦਸ਼ਾਹ ਨੂੰ ਕਹਿਣ ਲੱਗਾ ਬਾਦਸ਼ਾਹ ਦੇਖ, ਤੇਰੀ ਜਾਨ ਤਾਂ ਬਚ ਸਕਦੀ ਹੈ
ਤੂੰ ਸਿੱਖਾਂ ਦੇ 6ਵੇਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਿਨਾਂ ਵਜ੍ਹਾ ਗਵਾਲੀਅਰ ਦੇ ਕਿਲੇ ਵਿੱਚ ਬੰਦ ਕੀਤਾ ਹੋਇਆ ਹੈ। ਜਿੰਨਾ ਚਿਰ ਤੱਕ ਤੂੰ ਉਹਨਾਂ ਨੂੰ ਰਿਹਾ ਨਹੀਂ ਕਰਦਾ ਤੇ ਤੇਰੀ ਜਾਨ ਨੂੰ ਖਤਰਾ ਹਮੇਸ਼ਾ ਲਈ ਬਣਿਆ ਰਹੇਗਾ। ਜੇ ਤੂੰ ਆਪਣੀ ਖੈਰ ਚਾਹੁੰਦਾ, ਆਪਣੀ ਜਾਨ ਦੀ ਸਲਾਮਤੀ ਚਾਹੁੰਦਾ, ਬਾਇੱਜ਼ਤ ਗੁਰੂ ਮਹਾਰਾਜ ਨੂੰ ਬਰੀ ਕਰ, ਉਸ ਬੰਦ ਕਿਲੇ ਵਿੱਚੋਂ ਰਿਹਾ ਕਰ, ਤਾਂ ਹੀ ਤੇਰੀ ਜਾਨ ਬਚ ਸਕਦੀ ਹੈ, ਵਰਨਾ ਉਹਨਾਂ ਸ਼ੇਰਾਂ ਨੇ ਤੈਨੂੰ ਛੱਡਣਾ ਨਹੀਂ। ਜਦੋਂ ਇਹ ਸੱਚੀ ਗੱਲ ਉਸ ਗੁਰਸਿੱਖ ਨੇ ਜਾ ਕੇ ਦੱਸੀ ਤਾਂ ਉਸੇ ਵੇਲੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜ ਦਿੱਤਾ, ਕਹਿਣ ਲੱਗਾ ਜਾਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੇਰੇ ਪਾਸ ਲੈ ਆਓ। ਜਦੋਂ ਵਜ਼ੀਰ ਖਾਂ ਗੁਰੂ ਮਹਾਰਾਜ ਨੂੰ ਲੈਣ ਵਾਸਤੇ ਗਿਆ ਤੇ ਉਹਨੇ ਜਾ ਕੇ ਗੁਰੂ ਮਹਾਰਾਜ ਨੂੰ ਮੁਬਾਰਕਾਂ ਦਿੱਤੀਆਂ, ਕਹਿਣ ਲੱਗਾ ਮਹਾਰਾਜ ਸਾਈਂ ਮੀਆਂ ਮੀਰ ਦੀ ਕਿਰਪਾ ਦੇ ਨਾਲ ਤੇ ਤੁਹਾਡੀ ਰਿਹਾਈ ਦੇ ਆਰਡਰ ਲੈ ਕੇ ਮੈਂ ਆਇਆ ਹਾਂ। ਹੁਣ ਬਾਦਸ਼ਾਹ ਤੁਹਾਨੂੰ ਯਾਦ ਕਰ ਰਿਹਾ ਤੇ ਕਿਰਪਾ ਕਰੋ ਜਾ ਕੇ ਦਿੱਲੀ ਵਿੱਚ ਬਾਦਸ਼ਾਹ ਨੂੰ ਦਰਸ਼ਨ ਦਿਓ। ਜਦੋਂ ਗੁਰੂ ਮਹਾਰਾਜ ਜਾਣ ਲਈ ਤਿਆਰ ਹੋਏ ਤੇ ਜਿਹੜੇ ਉਮਰ ਕੈਦੀ 52 ਰਾਜੇ ਸਨ, ਜਿਹੜੇ ਗੁਰੂ ਮਹਾਰਾਜ ਦੀ ਆਗਿਆ ਨਾਲ ਹਨੇਰੇ ਤਹਿਖਾਨਿਆਂ ਦੇ ਵਿੱਚੋਂ ਬਾਹਰ ਆਏ ਸਨ, ਜਿਨ੍ਹਾਂ ਦੀਆਂ ਹੱਥਾਂ ਦੀਆਂ ਬੇੜੀਆਂ ਤੇ ਪੈਰਾਂ ਦੇ ਸੰਗਲ ਵੀ ਕੱਟੇ ਗਏ ਸਨ ਤੇ ਪਰ ਕਿਲੇ ਦੀ ਕੈਦ ਹਾਲੇ ਵੀ ਉਹਨਾਂ ਦੇ ਆਲੇ ਦੁਆਲੇ ਖੜੀ ਸੀ, ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਚਰਨ ਫੜ ਲਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਕੀ ਹੁਣ ਤੁਸੀਂ ਸਾਨੂੰ ਫਿਰ ਇਹਨਾਂ ਹਨੇਰ ਖਾਤਿਆਂ ਵਿੱਚ ਹੀ ਬੰਦ ਕਰਕੇ ਚਲੇ ਜਾਵੋਗੇ? ਜੇ ਤੁਸੀਂ ਸਾਨੂੰ ਛੱਡ ਕੇ ਹੀ ਜਾਣਾ ਹੈ ਤੇ ਤੁਸੀਂ ਸਾਨੂੰ ਹੱਥੀਂ ਮਾਰ ਦਿਓ, ਜ਼ਹਿਰ ਦੇ ਦਿਓ, ਕੁਛ ਹੋਰ ਕਰ ਦਿਓ, ਪਰ ਅਸੀਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਦੇ। ਜਦੋਂ ਉਹਨਾਂ ਰਾਜਿਆਂ ਨੇ ਗੁਰੂ ਮਹਾਰਾਜ ਦੇ ਅੱਗੇ ਤਰਲਾ ਕੀਤਾ, ਸਤਿਗੁਰੂ ਮਹਾਨ ਦਿਆਲੂ ਕਿਰਪਾਲੂ ਸਨ, ਉਹਨਾਂ ਨੇ ਵਜ਼ੀਰ ਖਾਂ ਨੂੰ ਆਖਿਆ, ਕਹਿਣ ਲੱਗੇ ਵਜ਼ੀਰ ਖਾਂ ਜਾਓ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਜਿਉ ਇਹਨਾਂ 52 ਰਾਜਿਆਂ ਨੂੰ ਰਿਹਾ ਕਰਦਾ ਹੈ ਤਾਂ ਹੀ ਅਸੀਂ ਰਿਹਾ ਹੋ ਸਕਦੇ ਹਾਂ, ਵਰਨਾ ਅਸੀਂ ਵੀ ਇੱਥੇ ਰਵਾਂਗੇ। ਜਦੋਂ ਵਜ਼ੀਰ ਖਾਂ ਨੇ ਜਾ ਕੇ ਬਾਦਸ਼ਾਹ ਨੂੰ ਗੱਲ ਦੱਸੀ ਤੇ ਬਾਦਸ਼ਾਹ ਨੇ ਵਜ਼ੀਰਾਂ ਨੂੰ ਸੱਦਿਆ, ਅਹਿਲਕਾਰਾਂ ਨੂੰ ਸੱਦਿਆ, ਮੀਟਿੰਗ ਕੀਤੀ ਤੇ ਉਹਦੇ ਵਿੱਚੋਂ ਵਜ਼ੀਰ ਖਾਂ ਨੇ ਹੋਰ ਜਿਹੜੇ ਸਿਆਣੇ ਵਜ਼ੀਰ ਸਨ, ਸਾਈਂ ਮੀਆਂ ਮੀਰ ਦੇ ਜਿਹੜੇ ਮੁਰੀਦ ਵੀ ਸਨ, ਉਹਨਾਂ ਨੇ ਆਖਿਆ ਸਾਨੂੰ ਬਾਦਸ਼ਾਹ ਦੀ ਜਾਨ ਸਲਾਮਤ ਚਾਹੀਦੀ ਹੈ, ਚਾਹੇ ਹੋਰ ਕੁਝ ਵੀ ਹੋਵੇ, ਸਾਨੂੰ ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜੀ ਦੂਸਰੀ ਧਿਰ ਸੀ, ਉਹਨਾਂ ਨੇ ਇਹ ਦਲੀਲ ਦਿੱਤੀ ਵੀ ਜਿਹੜੇ ਉਮਰ ਕੈਦੀ ਰਾਜੇ ਨੇ ਔਰ ਉਹਨਾਂ 'ਤੇ ਗੰਭੀਰ ਦੋਸ਼ ਨੇ, ਉਹਨਾਂ ਨੇ ਬਗਾਵਤ ਕੀਤੀ, ਗਦਰ ਮਚਾਏ, ਕੀ ਹੁਣ ਉਹਨਾਂ ਨੂੰ ਜੇ ਛੱਡ ਦਿੱਤਾ ਜਾਵੇ ਕੀ ਉਹ ਫੇਰ ਨਹੀਂ ਉਹ ਕੰਮ ਕਰਨਗੇ? ਉਹਨਾਂ ਨੂੰ ਫੇਰ ਪਕੜਨਾ ਔਖਾ ਹੋ ਜਾਵੇਗਾ, ਇਸ ਲਈ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਚਲੋ ਦੋਵੇਂ ਤਰ੍ਹਾਂ ਦੀ ਵਿਚਾਰ ਹੋਈ, ਅਖੀਰ ਇਹ ਫੈਸਲਾ ਹੋਇਆ ਬਈ ਗੁਰੂ ਮਹਾਰਾਜ ਦੇ ਪਾਸੇ ਸੁਨੇਹਾ ਭੇਜਿਆ ਜਾਵੇ ਬਈ ਜਿੰਨੇ ਵੀ ਰਾਜੇ ਉਹਨਾਂ ਦਾ ਪੱਲਾ ਪਕੜ ਕੇ ਬਾਹਰ ਨਿਕਲ ਸਕਦੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ, ਬਾਕੀ ਰਾਜੇ ਅੰਦਰ ਰਹਿਣਗੇ। ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਮੀਰੀ ਪੀਰੀ ਦੇ ਮਾਲਕ ਬਾਦਸ਼ਾਹ ਦੀ ਇਹ ਗੰਭੀਰ ਚਾਲ ਨੂੰ ਸਮਝ ਗਏ। ਉਹਨਾਂ ਨੇ 50 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ, ਪਹਿਲਾਂ ਹੀ ਤਿਆਰ ਕਰਵਾਇਆ ਹੋਇਆ ਸੀ, ਤੇ ਜਦੋਂ ਰਿਹਾ ਹੋਣ ਲੱਗੇ 50 ਕਲੀਆਂ ਵਾਲਾ ਚੋਲਾ ਪਾਇਆ ਤੇ ਜਿਹੜੇ 52 ਰਾਜੇ ਸਨ ਉਹਨਾਂ ਨੂੰ ਕਹਿਣ ਲੱਗੇ ਵੀ ਆ ਜਾਓ ਸਾਡਾ ਪੱਲਾ ਫੜ ਲਓ, ਹਰ ਸੱਜਣ ਦਾਵਣ ਲੱਗੀਆਂ। ਤੇ ਜਦੋਂ ਉਹਨਾਂ ਨੇ ਪੱਲਾ ਫੜਿਆ ਤੇ 50 ਪੱਲੇ 50 ਰਾਜਿਆਂ ਨੇ ਫੜ ਲਏ ਤੇ ਕਹਿੰਦੇ 2 ਰਾਜੇ ਰਹਿ ਗਏ। ਉਹ ਬੜੇ ਹਾਲ ਦੁਹਾਈ ਪਾਉਣ ਲੱਗੇ, ਮਹਾਰਾਜ ਸਾਡਾ ਕੀ ਬਣੇਗਾ? ਗੁਰੂ ਮਹਾਰਾਜ ਕਹਿਣ ਲੱਗੇ ਫਿਕਰ ਨਾ ਕਰੋ, ਆਪਣੇ ਚੋਲੇ ਦੀਆਂ 2 ਤਣੀਆਂ ਸਨ, ਉਹ ਵੱਡਾ ਚੋਲਾ ਸੀ, ਤੇ ਉਹ 2 ਤਣੀਆਂ ਉਹਨਾਂ ਦੂਸਰੇ 2 ਰਾਜਿਆਂ ਨੂੰ ਵੀ ਪਕੜਾ ਦਿੱਤੀਆਂ। ਇਸ ਢੰਗ ਦੇ ਨਾਲ ਉਹਨਾਂ ਸਾਰੇ ਰਾਜਿਆਂ ਨੂੰ ਰਿਹਾ ਕਰਵਾ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਦਿੱਲੀ ਵਿੱਚ ਆਏ ਤੇ ਦਿੱਲੀ ਬਾਦਸ਼ਾਹ ਦੇ ਕੋਲ ਉਹਨਾਂ ਰਾਜਿਆਂ ਨੂੰ ਪੇਸ਼ ਕੀਤਾ ਤੇ ਬਾਦਸ਼ਾਹ ਵੱਲੋਂ ਉਹਨਾਂ ਨੂੰ ਸਰੋਪਾਓ ਵੀ ਬਖਸ਼ਿਸ਼ ਕਰਵਾਏ ਤੇ ਖੁੱਸੇ ਹੋਏ ਰਾਜ ਤੇ ਰਿਆਸਤਾਂ ਵੀ ਉਹਨਾਂ ਨੂੰ ਵਾਪਸ ਦਵਾਈਆਂ ਤੇ ਨਾਲ ਉਹਨਾਂ ਨੂੰ ਇਹ ਵੀ ਆਖਿਆ ਵੀ ਹੁਣ ਤੁਸੀਂ ਬਾਦਸ਼ਾਹ ਦੇ ਅਨੁਸਾਰ ਹੋ ਕੇ ਰਹਿਣਾ, ਅਸੀਂ ਤੁਹਾਡੇ ਜਾਮਨ ਹਾਂ, ਤੁਸੀਂ ਸਾਡੇ ਬਚਨਾਂ ਦੀ
ਉਲੰਘਣਾ ਨਹੀਂ ਕਰੋਗੇ। ਚਲੋ ਉਹਨਾਂ ਰਾਜਿਆਂ ਨੇ ਬਾਦਸ਼ਾਹ ਦੇ ਸਾਹਮਣੇ ਹਲਫ ਲਿਆ, ਸਹੁੰ ਖਾਧੀਆਂ, ਅੱਗੇ ਵਾਸਤੇ ਅਸੀਂ ਕਦੇ ਵੀ ਐਸਾ ਕੰਮ ਨਹੀਂ ਕਰਾਂਗੇ। ਚਲੋ ਸਾਰੇ ਰਾਜੇ ਰਿਹਾ ਹੋਏ। ਉਹਨਾਂ ਸਾਰੇ ਰਾਜਿਆਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਉਸ ਦਿਨ ਗੁਰਸਿੱਖਾਂ ਨੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ, ਕਿਉਂਕਿ ਜਿਹੜੀ ਦੀਵਾਲੀ ਦਾ ਦਿਨ ਹੈ ਔਰ ਇਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਔਰ ਉਹਨਾਂ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਤੇ ਬੰਦੀ ਛੋੜ ਪਿਤਾ ਅਖਵਾਏ। ਤੇ ਇਸ ਢੰਗ ਦੇ ਨਾਲ ਗੁਰਸਿੱਖਾਂ ਨੇ ਵੀ ਇਸ ਨੂੰ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਇਸ ਦਿਹਾੜੇ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਲੋਕ ਦੀਵਾਲੀ ਮਨਾਉਂਦੇ ਨੇ ਤੇ ਪਰ ਗੁਰੂ ਦੇ ਸਿੱਖ ਬੰਦੀ ਛੋੜ ਦਿਵਸ ਇਸ ਦਿਨ ਮਨਾਉਂਦੇ ਨੇ ਔਰ ਉਹ ਇਸ ਇਤਿਹਾਸਕ ਘਟਨਾ ਦੇ ਨਾਲ ਇਹ ਸਾਰੀ ਸੰਬੰਧਿਤ ਵਾਰਤਾ ਜੋ ਤੁਸੀਂ ਸੁਣ ਰਹੇ ਹੋ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਸੱਜਣ ਦਾਵਨ ਲੱਗੀਆਂ। ਵੀ ਜਿਹੜਾ ਵਾਹਿਗੁਰੂ ਸੱਜਣ ਦੇ ਦਾਵਨ ਦਾ ਅਰਥ ਹੈ ਦਾਮਨ ਪੱਲੇ ਦੇ ਨਾਲ ਲੱਗ ਜਾਂਦਾ ਹੈ, ਉਹ ਅੱਗੇ ਬੰਨ੍ਹ ਕੇ ਕਿਸੇ ਨੂੰ ਨਹੀਂ ਦਿੰਦਾ।